ओम शांति। सत श्री अकाल ਦੋਸਤੋ ਅਗਰ ਗੱਲ ਕਰੀਏ ਆਪਣੇ ਜੀਵਨ ਦੀ ਤਾਂ ਆਪਾਂ ਨੂੰ ਸੋਚਣਾ ਚਾਹੀਦਾ ਹੈ ਕਿ ਇਸ ਜੀਵਨ ਦੇ ਵਿੱਚ ਕੇਵਲ ਮੇਰਾ ਸਰੀਰ ਜਾਂ ਮੇਰਾ ਪਰਿਵਾਰ ਜਾਂ ਕੰਮ ਧੰਦੇ ਖਾਣਾ ਪੀਣਾ ਔਰ ਪੈਸਾ ਕਮਾਣਾ ਸਿਰਫ ਇੰਨਾ ਹੀ ਨਹੀਂ ਲੇਕਿਨ ਹੋਰ ਬਹੁਤ ਕੁਝ ਹੈ ਜੋ ਇਸ ਜੀਵਨ ਨਾਲ ਜੁੜਿਆ ਹੋਇਆ ਹੈ। ਜੀ ਹਾਂ, ਉਹ ਹੈ ਪੰਜ ਤੱਤਵਾਂ ਦੀ ਦੁਨੀਆ, ਯਾਨੀ ਕਿ ਪੰਜ ਤੱਤਵ ਜਿਨ੍ਹਾਂ ਨਾਲ ਇਹ ਸਰੀਰ ਬਣਿਆ ਹੈ ਉਹੀ ਪੰਜ ਤੱਤਵ ਪੂਰੇ ਬ੍ਰਹਮਾਂਡ ਦੇ ਵਿੱਚ ਨੇ। ਇਸੇ ਕਰਕੇ ਕਿਹਾ ਜਾਂਦਾ ਹੈ ਜੋ ਪਿੰਡੇ ਸੋ ਬ੍ਰਹਮੰਡੇ, ਜੋ ਬ੍ਰਹਮੰਡੇ ਸੋਏ ਪਿੰਡੇ, ਯਾਨੀ ਕਿ ਜੋ ਬ੍ਰਹਮਾਂਡ ਦੇ ਵਿੱਚ ਹੈ ਉਹੀ ਮੇਰੇ ਪਿੰਡ ਦੇ ਵਿੱਚ ਹੈ ਔਰ ਜੋ ਇਸ ਪਿੰਡ ਦੇ ਵਿੱਚ ਹੈ ਉਹੀ ਪੂਰੇ ਬ੍ਰਹਮਾਂਡ ਦੇ ਵਿੱਚ ਹੈ। ਜਲ, ਵਾਯੂ, ਧਰਤੀ, ਅਗਨੀ ਔਰ ਆਕਾਸ਼, ਇਹਨਾਂ ਪੰਜਾਂ ਤੱਤਵਾਂ ਦੇ ਨਾਲ ਹੀ, ਇਹਨਾਂ ਦੇ ਮੇਲ ਨਾਲ ਹੀ ਮੇਰਾ ਇਹ ਸਰੀਰ ਤਿਆਰ ਹੋਇਆ ਹੈ। ਔਰ ਜਿਸ ਦਿਨ ਅਸੀਂ ਇਸ ਦੁਨੀਆ ਤੋਂ ਜਾਣਾ ਹੈ, ਮੇਰਾ ਇਹ ਪੰਜ ਤੱਤਵਾਂ ਦਾ ਸਰੀਰ ਇਹਨਾਂ ਹੀ ਪੰਜਾਂ ਤੱਤਵਾਂ ਦੇ ਵਿੱਚ ਵਿਲੀਨ ਹੋ ਜਾਂਦਾ ਹੈ। ਸੋ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਰੂਟੀਨ ਵਿੱਚ, ਦਿਨਚਰਿਆ ਵਿੱਚ ਜਾਂ ਆਪਣੀ ਜ਼ਿੰਦਗੀ ਦੇ ਸਫ਼ਰ 'ਤੇ ਇਹਨਾਂ ਪੰਜਾਂ ਤੱਤਵਾਂ ਦਾ ਧੰਨਵਾਦ ਵੀ ਕਰੀਏ ਔਰ ਇਸ ਦੀ ਰੱਖਿਆ ਵੀ ਕਰੀਏ। ਜੈਸੇ ਕਿ ਪਰਿਆਵਰਣ ਦਿਵਸ ਨੂੰ ਅਗਰ ਅਸੀਂ ਇਕੱਠੇ ਰਲ ਕੇ ਮਨਾਉਂਦੇ ਹਾਂ ਤਾਂ ਉਸ ਦਾ ਮਤਲਬ ਇਹ ਨਹੀਂ ਹੈ ਕਿ ਪੂਰੇ ਸਾਲ ਵਿੱਚ ਇੱਕ ਪਰਿਆਵਰਣ ਦਿਵਸ ਹੈ ਅਤੇ ਅਸੀਂ ਉਸ ਦਿਨ ਇੱਕ ਬੂਟਾ ਲਾ ਦਈਏ ਤਾਂ ਮੁੜ ਕੇ ਉਸ ਬੂਟੇ ਵੱਲ ਦੇਖੀਏ ਵੀ ਨਾ ਔਰ ਫੋਟੋ ਖਿਚਾ ਕੇ ਅਸੀਂ ਪਰਿਆਵਰਣ ਦਿਵਸ ਨੂੰ ਮਨਾਉਣ ਦਾ ਸਿਰਫ ਇੱਕ ਸਭ ਦੇ ਨਾਲ ਸ਼ੇਅਰ ਕਰ ਦਈਏ ਕਿ ਅਸੀਂ ਪਰਿਆਵਰਣ ਦਿਵਸ ਮਨਾਇਆ। ਲੇਕਿਨ ਪਰਿਆਵਰਣ ਦਿਵਸ ਦਾ ਮਤਲਬ ਸਿਰਫ ਫਿਜ਼ੀਕਲ ਹੀ ਨਹੀਂ ਲੇਕਿਨ ਮੈਂਟਲ ਔਰ ਇਮੋਸ਼ਨਲ ਵੀ ਹੈ। ਦੋਸਤੋ, ਜਦੋਂ ਤੁਸੀਂ ਇਸ ਪ੍ਰਕਿਰਤੀ ਦਾ ਧਿਆਨ ਰੱਖਦੇ ਹੋ ਤਾਂ ਅਸੀਂ ਉਹਦੇ ਨਾਲ ਜੁੜਦੇ ਹਾਂ, ਸਾਨੂੰ ਜੁੜਨਾ ਪੈਂਦਾ ਹੈ। ਅਗਰ ਅੱਜ ਅਸੀਂ ਇੱਕ ਬੀਜ ਲਗਾਇਆ ਜਾਂ ਇੱਕ ਪੌਦਾ ਲਗਾਉਂਦੇ ਹਾਂ ਤਾਂ ਉਸ ਨੂੰ ਇੰਨਾ ਸਨੇਹ ਪਿਆਰ ਦੇ ਨਾਲ, ਇੱਕ ਪੋਜ਼ਿਟਿਵ ਵਾਈਬ੍ਰੇਸ਼ਨਸ ਦੇ ਨਾਲ, ਅੱਛੇ ਥਾਟ ਦੇ ਨਾਲ ਉਸ ਪੌਦੇ ਨੂੰ ਲਗਾਓ ਔਰ ਜਦ ਤੱਕ ਉਹ ਵੱਡਾ ਨਹੀਂ ਹੋ ਜਾਂਦਾ ਉਸ ਦੀ ਪੂਰੀ ਦੇਖਭਾਲ ਕਰੋ। ਜਦੋਂ ਅਸੀਂ ਆਪਣੇ ਹੱਥਾਂ ਨਾਲ ਇੱਕ ਪੌਦਾ ਲਗਾਉਂਦੇ ਹਾਂ ਤਾਂ ਉਸ ਦੇ ਨਾਲ ਸਾਡੇ ਸੈਂਟੀਮੈਂਟਸ, ਸਾਡੇ ਇਮੋਸ਼ਨਸ ਔਰ ਫੀਲਿੰਗਸ ਜੁੜਦੇ ਨੇ ਔਰ ਉਹ ਹੌਲੀ ਹੌਲੀ ਵਧਣਾ ਔਰ ਫੁੱਲਣਾ ਸ਼ੁਰੂ ਹੋ ਜਾਂਦਾ ਹੈ। ਲੇਕਿਨ ਜੇ ਅਸੀਂ ਇੱਕ ਬੂਟਾ ਲਾ ਕੇ ਮੁੜ ਕੇ ਉਹਦੇ ਵੱਲ ਪਰਤ ਕੇ ਦੇਖੀਏ ਵੀ ਨਾ ਤਾਂ ਤੁਸੀਂ ਦੇਖੋਗੇ ਕਿ ਕੁਛ ਦੇਰ ਬਾਅਦ ਉਹ ਮੁਰਝਾ ਜਾਏਗਾ ਔਰ ਉਹ ਖਤਮ ਹੋ ਜਾਏਗਾ। ਤਾਂ ਪਰਿਆਵਰਣ ਦਿਵਸ ਦੇ ਵਿੱਚ ਸੇਵ ਵਾਟਰ, ਯਾਨੀ ਕਿ ਪਾਣੀ ਦਾ ਬਚਾਵ ਕਰਨਾ, ਤਾਂ ਕਿਉਂਕਿ ਆਪਾਂ ਸਭ ਜਾਣਦੇ ਹਾਂ ਕਿ ਪਾਣੀ ਦਾ ਲੈਵਲ ਧਰਤੀ 'ਚ ਕਿਸ ਤਰ੍ਹਾਂ ਨੀਚੇ ਜਾ ਰਿਹਾ ਹੈ। ਜਾਂ ਜਦੋਂ ਬਹੁਤ ਗਰਮੀ ਹੁੰਦੀ ਹੈ ਔਰ ਬਰਸਾਤ ਨਹੀਂ ਹੁੰਦੀ ਉਦੋਂ ਵੀ ਬਹੁਤ ਜਗ੍ਹਾ ਅਕਾਲ ਪੈ ਜਾਂਦਾ ਹੈ, ਪਾਣੀ ਦੀ ਕਮੀ ਹੋ ਜਾਂਦੀ ਹੈ। ਅਤੇ ਇਹਨਾਂ ਪੰਜਾਂ ਤੱਤਵਾਂ ਦਾ ਖਿਆਲ ਸਾਨੂੰ ਰੱਖਣਾ ਚਾਹੀਦਾ ਹੈ ਜਿਸ ਵੀ ਤਰੀਕੇ ਨਾਲ ਹੋ ਸਕੇ। ਯਾਨੀ ਕਿ ਜਿਸ ਤਰੀਕੇ ਦੇ ਨਾਲ ਵੀ ਕੁਝ ਟਿਪਸ ਨੇ ਕਿ ਜਿਵੇਂ ਆਪਣੇ ਜੀਵਨ ਵਿੱਚ ਪਲਾਸਟਿਕ ਦੀ ਵਰਤੋਂ ਘੱਟ ਤੋਂ ਘੱਟ ਕਰੋ। ਬਹੁਤ ਜ਼ਿਆਦਾ ਕੋਸ਼ਿਸ਼ ਕਰੋ ਕਿ ਅਸੀਂ ਕਦੇ ਵੀ ਪਲਾਸਟਿਕ ਦੀਆਂ ਚੀਜ਼ਾਂ ਨਾ ਖਰੀਦੀਏ ਜਾਂ ਘੱਟ ਤੋਂ ਘੱਟ ਮਜਬੂਰੀ ਵਿੱਚ ਹੀ ਖਰੀਦੀਏ। ਦੂਸਰਾ, ਕਿਤੇ ਵੀ ਪਾਣੀ ਚੱਲਦਾ ਦੇਖੋ ਤਾਂ ਉਸਨੂੰ ਬੰਦ ਕਰੋ, ਪਾਣੀ ਦਾ ਬਚਾਵ ਕਰੋ ਔਰ ਪਾਣੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਦੂਸ਼ਿਤ ਚੀਜ਼ਾਂ ਨੂੰ ਮਿਲਾਵਟ ਕਰਕੇ ਜਾਂ ਉਹਨੂੰ ਸਿੱਟਣਾ, ਇਹਨਾਂ ਚੀਜ਼ਾਂ ਤੋਂ ਆਪਣੇ ਆਪ ਨੂੰ ਰੋਕੋ। ਆਪਣੀਆਂ ਐਸੀਆਂ ਆਦਤਾਂ ਬਦਲੋ ਕਿ ਜਿਹਦੇ ਕਰਕੇ ਪਾਣੀ ਦੂਸ਼ਿਤ ਨਾ ਹੋਏ। ਵਾਯੂ, ਯਾਨੀ ਕਿ ਜਿਸ ਹਵਾ 'ਚੋਂ ਅਸੀਂ ਸਾਹ ਲੈਂਦੇ ਹਾਂ, ਅਸੀਂ ਐਸੇ ਕੋਈ ਕੰਮ ਨਾ ਕਰੀਏ ਜਾਂ ਕਿਸੇ ਵੀ ਐਸੀ ਚੀਜ਼ ਨੂੰ ਨਾ ਜਲਾਈਏ ਜਿਹਦੇ ਨਾਲ ਸਾਡੀ ਇਹ ਪਿਆਰੀ ਹਵਾ ਵੀ ਦੂਸ਼ਿਤ ਹੋਏ। ਧਰਤੀ, ਜਿੱਥੇ ਅਸੀਂ ਚੱਲਦੇ ਹਾਂ ਐਵੇਂ ਤੁਰੇ ਜਾਂਦੇ ਅਸੀਂ ਕੂੜਾ ਨਾ ਸਿੱਟੀਏ, ਐਵੇਂ ਤੁਰੇ ਜਾਂਦੇ ਅਸੀਂ ਇਸ ਧਰਤੀ ਨੂੰ ਕੁਝ ਐਸਾ ਨਾ ਸਮਝੀਏ ਕਿ ਇਹ ਤਾਂ ਐਵੇਂ ਫॉर ਗ੍ਰਾਂਟਿਡ ਸਾਨੂੰ ਮਿਲੀ ਹੋਈ ਹੈ। ਲੇਕਿਨ ਇਹਨਾਂ ਪੰਜਾਂ ਤੱਤਵਾਂ ਦੀ ਕਦਰ ਕਰਨਾ ਸਿੱਖੀਏ ਔਰ ਇਸ ਧਰਤੀ ਦਾ ਵੀ ਉਨਾ ਹੀ ਆਦਰ ਸਤਿਕਾਰ ਕਰੀਏ ਕਿਉਂਕਿ ਸਾਡੇ ਪੈਰ ਆਖਿਰ ਇਸ ਧਰਤੀ 'ਤੇ ਹੀ ਚੱਲਦੇ ਨੇ। ਇਸੇ ਤਰ੍ਹਾਂ ਆਕਾਸ਼ ਔਰ ਅਗਨੀ ਤੱਤਵ, ਤਾਂ ਪੰਜਾਂ ਤੱਤਵਾਂ ਦਾ ਬਹੁਤ ਸਹੀ ਤਰੀਕੇ ਦੇ ਨਾਲ ਸੰਭਾਲ ਕਰਨੀ, ਉਹਨਾਂ ਦਾ ਰਿਸਪੈਕਟ ਕਰਨੀ ਔਰ ਉਹਨਾਂ ਲਈ ਹਮੇਸ਼ਾ ਸਨੇਹਪੂਰਵਕ ਚੱਲਣਾ, ਇਹ ਬਹੁਤ ਜ਼ਰੂਰੀ ਹੈ। ਤਾਂ ਇਸ ਧਰਤੀ ਨੂੰ ਬਚਾਉਣ ਵਾਸਤੇ ਜਿੰਨੇ ਹੋ ਸਕੇ ਰੁੱਖ ਲਗਾਓ ਕਿਉਂਕਿ ਜਦੋਂ ਇੱਕ ਚੱਲਦਾ ਹੋਇਆ ਵਿਅਕਤੀ, ਤੁਰਦਾ ਵਿਅਕਤੀ ਥੱਕ ਜਾਂਦਾ ਹੈ ਤਾਂ ਉਹ ਠੰਡੀ ਛਾਂ ਲੱਭਦਾ ਹੈ ਔਰ ਉਸ ਠੰਡੀ ਛਾਂ ਦੇ ਹੇਠਾਂ ਹੀ ਬੈਠ ਕੇ ਆਪਣੇ ਆਪ ਨੂੰ ਥੋੜ੍ਹਾ ਸੁੱਖ ਮਹਿਸੂਸ ਕਰਦਾ ਹੈ ਔਰ ਸਕੂਨ ਦਿੰਦਾ ਹੈ। ਲੇਕਿਨ ਜੇ ਅਸੀਂ ਸਿਰਫ ਪੇੜ ਕੱਟਣ 'ਤੇ ਹੀ ਧਿਆਨ ਦੇਵਾਂਗੇ ਔਰ ਪੇੜ ਲਗਾਉਣ ਦਾ ਜ਼ਿੰਮਾ ਨਹੀਂ ਚੁੱਕਾਂਗੇ ਤਾਂ ਆਉਣ ਵਾਲੇ ਟਾਈਮ 'ਤੇ ਗ੍ਰੀਨ ਬੈਲਟ ਦੀ ਇੰਨੀ ਕਮੀ ਹੋ ਜਾਏਗੀ ਕਿ ਸਾਨੂੰ ਉਸ ਦੇ ਕਾਰਨ ਬਰਸਾਤ ਦੀ ਕਮੀ ਔਰ ਪਾਣੀ ਦੀ ਕਮੀ ਵੀ ਮਹਿਸੂਸ ਦੇਖਣ ਨੂੰ ਮਿਲੇਗੀ। ਤਾਂ ਇਸ ਕਰਕੇ ਦੋਸਤੋ,
ਅਗਰ ਅਸੀਂ ਆਪਣੇ ਜੀਵਨ ਦੇ ਵਿੱਚ ਕੁਝ ਇਹ ਆਦਤਾਂ ਨੂੰ ਵੀ ਅਪਣਾ ਲਈਏ ਕਿ ਅਸੀਂ ਆਪਣੇ ਪਰਿਆਵਰਣ ਯਾਨੀ ਕਿ ਆਪਣੇ ਪੂਰੇ এনवायरमेंट ਦਾ ਕਿਸੇ ਨਾ ਕਿਸੇ ਤਰੀਕੇ ਅਲੱਗ-ਅਲੱਗ ਤਰੀਕਿਆਂ ਦੇ ਨਾਲ ਉਹਨੂੰ ਸੰਭਾਲਣਾ ਸ਼ੁਰੂ ਕਰੀਏ ਤਾਂ ਆਉਣ ਵਾਲਾ ਜੋ ਸਮਾਂ ਹੈ ਉਹਦੇ ਵਿੱਚ ਨਾ ਕੇਵਲ ਅਸੀਂ ਲੇਕਿਨ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਵੀ ਇੱਕ ਅੱਛੀ ਜ਼ਿੰਦਗੀ ਜੀ ਕੇ ਜਾਣਗੀਆਂ। ਵਰਨਾ ਅੱਜ ਜੋ ਹਾਲ ਹੋ ਰਿਹਾ ਹੈ ਸ੍ਰਿਸ਼ਟੀ ਦਾ, ਫਿਕਰ ਹੋ ਜਾਂਦੀ ਹੈ ਆਉਣ ਵਾਲੀਆਂ ਜਨਰੇਸ਼ਨਸ ਲਈ ਕਿ ਜੇ ਅੱਜ ਇਹ ਪ੍ਰੋਬਲਮਸ ਹੈ ਤੇ ਹੌਲੀ ਹੌਲੀ 10 ਸਾਲ ਬਾਅਦ 20 ਸਾਲ ਬਾਅਦ ਕੀ ਹੋਏਗਾ ਇਸ ਧਰਤੀ ਦਾ। ਤੋ ਆਓ ਅਸੀਂ ਹੱਥ ਨਾਲ ਹੱਥ ਜੋੜ ਕੇ ਇੱਕ ਦੂਸਰੇ ਦੇ ਨਾਲ ਮਿਲ ਕੇ ਇਸ ਪੂਰੇ ਪਰਿਆਵਰਣ ਨੂੰ, ਇਸ ਪੂਰੀ ਸ੍ਰਿਸ਼ਟੀ ਨੂੰ ਬਚਾਈਏ। ਖੇਤੀਬਾੜੀ ਚਾਹੇ ਸਾਡਾ ਐਗਰੀਕਲਚਰ ਲੈਂਡ ਹੈ, ਚਾਹੇ ਉਹ ਸਾਡੇ ਆਪਣੇ ਘਰ ਦੀ ਕੋਈ ਜਿੱਥੇ ਵੀ ਅਸੀਂ ਰਹਿੰਦੇ ਹਾਂ ਉਹ ਲੈਂਡ ਹੈ, ਜਾਂ ਕੋਈ ਛੋਟਾ ਮੋਟਾ ਬਗੀਚਾ ਹੈ, ਜਾਂ ਜੋ ਵੀ ਤੁਹਾਡੇ ਆਸ-ਪਾਸ ਜਿੰਨੀ ਵੀ ਵਨਸਪਤੀ ਹੈ, ਜਿੰਨਾ ਵੀ ਏਰੀਆ ਹੈ ਜੋ ਤੁਸੀਂ ਸਮਝਦੇ ਹੋ ਕਿ ਸਾਡੇ ਥੋੜੇ ਔਰ ਛੋਟੇ ਸਟੈਪਸ ਨਾਲ ਅਸੀਂ ਆਪਣੇ ਉਸ ਪੂਰੇ এনवायरमेंट ਨੂੰ ਪ੍ਰੋਟੈਕਟ ਕਰ ਸਕਦੇ ਹਾਂ ਤੇ ਉਸ ਵਿੱਚ ਪਿੱਛੇ ਨਾ ਰਹੋ। ਕਿਉਂਕਿ ਅਸੀਂ ਇਸ ਧਰਤੀ ਦੇ ਉੱਪਰ ਰਹਿ ਤਾਂ ਰਹੇ ਹਾਂ ਲੇਕਿਨ ਉਸ ਧਰਤੀ ਦਾ ਖਿਆਲ ਕੋਈ ਹੋਰ ਆ ਕੇ ਨਹੀਂ ਰੱਖੇਗਾ। ਜਦ ਅਸੀਂ ਹੀ ਉਹਨੂੰ ਯੂਜ਼ ਕਰ ਰਹੇ ਹਾਂ ਉਹਦਾ ਖਿਆਲ ਵੀ ਸਾਨੂੰ ਹੀ ਰੱਖਣਾ ਪੈਣਾ ਹੈ। ਜਿਵੇਂ ਅਸੀਂ ਆਪਣੇ ਇੱਕ ਛੋਟੇ ਜਿਹੇ ਘਰ ਦਾ ਬਹੁਤ ਖਿਆਲ ਰੱਖਦੇ ਹਾਂ, ਹਰ ਚੀਜ਼ ਨੂੰ ਦੇਖਦੇ ਹਾਂ ਕਿ ਕੋਈ ਟੁੱਟ ਭੱਜ ਤਾਂ ਨਹੀਂ, ਕਿਤੇ ਕੋਈ ਖਰਾਬ ਤਾਂ ਨਹੀਂ ਹੋ ਰਿਹਾ, ਜਾਂ ਅਸੀਂ ਉਹਦੀ ਮੇਨਟੇਨੈਂਸ ਟਾਈਮ ਟੂ ਟਾਈਮ ਕਰਦੇ ਹਾਂ। ਇਸੇ ਤਰੀਕੇ ਆਪਣੇ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਹਰ ਇੱਕ ਵਿਅਕਤੀ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਆਪਾਂ ਸਾਰੇ ਮਿਲ ਕੇ, ਪੂਰਾ ਪਰਿਵਾਰ ਮਿਲ ਕੇ ਇਸ ਪੂਰੇ ਪਰਿਆਵਰਣ ਨੂੰ, ਇਸ ਪੂਰੇ ਵਾਤਾਵਰਣ ਨੂੰ ਔਰ ਆਪਣੇ ਸਾਰੇ এনवायरमेंट ਦਾ ਖਿਆਲ ਰੱਖੀਏ। ਪਰਿਆਵਰਣ ਦਿਵਸ ਦੇ ਵਿੱਚ ਦੋਸਤੋ ਅਗਰ ਅਸੀਂ ਇੱਕ ਹੋਰ ਪਹਿਲੂ ਜੋੜ ਦਈਏ ਯਾਨੀ ਕਿ ਇਸ ਪੂਰੇ ਪਰਿਆਵਰਣ ਨੂੰ ਫਿਜ਼ੀਕਲੀ ਹੀ ਨਹੀਂ ਲੇਕਿਨ ਮੈਂਟਲੀ ਵੀ ਇਹਦਾ ਖਿਆਲ ਰੱਖਣਾ ਹੈ। ਮੈਂਟਲੀ ਇਸ ਪਰਿਆਵਰਣ ਦਾ, ਪੂਰੇ ਵਾਤਾਵਰਣ ਦਾ ਖਿਆਲ ਰੱਖਣ ਦਾ ਮਤਲਬ ਹੈ ਕਿ ਸਾਡੇ ਮਨ ਚੋਂ ਨਿਕਲ ਰਹੀਆਂ ਤਰੰਗਾਂ, ਸਾਡੇ ਮਨ ਚੋਂ ਨਿਕਲ ਰਹੇ ਵਾਈਬ੍ਰੇਸ਼ਨਸ, ਅਸੀਂ ਆਪਣੇ ਮਨ ਵਿੱਚ ਜੋ ਵੀ ਸੋਚਦੇ ਹਾਂ ਉਹ ਵੀ ਪੂਰੇ ਬ੍ਰਹਿਮੰਡ ਵਿੱਚ ਫੈਲਦਾ ਹੈ। ਉਸ ਦੀਆਂ ਤਰੰਗਾਂ, ਵੇਵਸ ਪੂਰੇ ਸ੍ਰਿਸ਼ਟੀ ਦੇ ਵਿੱਚ ਫੈਲਦੀਆਂ ਨੇ। ਦੋਸਤੋ ਜੇ ਅਗਰ ਅਸੀਂ ਆਪਣੇ ਜੀਵਨ ਦੇ ਵਿੱਚ ਸਿਰਫ ਪੋਜ਼ਿਟਿਵ ਸੋਚ ਰੱਖੀਏ, ਕਿਸੇ ਤਰ੍ਹਾਂ ਦੀ ਵੀ ਈਰਸ਼ਾ, ਦਵੇਸ਼, ਦੁੱਖ ਜਾਂ ਮਨ ਮਿਟਾਵ ਜਾਂ ਭੇਦਭਾਵ, ਅਗਰ ਐਸੇ ਵਿਚਾਰਾਂ ਤੋਂ ਰਹਿਤ ਜ਼ਿੰਦਗੀ ਜੀਏ, ਐਸੇ ਵਿਚਾਰਾਂ ਨੂੰ ਹੌਲੀ ਹੌਲੀ ਮਿਹਨਤ ਦੇ ਨਾਲ ਆਪਣੇ ਜੀਵਨ ਚੋਂ ਕੱਢਦੇ ਚਲੇ ਜਾਈਏ ਤਾਂ ਇਸ ਪੂਰੇ ਵਾਤਾਵਰਣ ਨੂੰ ਹੋਰ ਬੈਨੀਫਿਟ ਮਿਲੇਗਾ ਔਰ ਇੱਕ ਬਹੁਤ ਸੋਹਣਾ ਔਰ ਖੁਸ਼ਹਾਲ ਸਮਾਜ ਦਾ ਅਸੀਂ ਨਿਰਮਾਣ ਕਰ ਸਕਦੇ ਹਾਂ। ਜਦੋਂ ਅਸੀਂ ਆਪਣੇ ਜੀਵਨ ਦੇ ਵਿੱਚ ਬਹੁਤ ਨੈਗੇਟਿਵ ਸੋਚ ਰੱਖਦੇ ਹਾਂ ਜਾਂ ਕਿਸੇ ਨਾਲ ਵੀ ਗੁੱਸਾ ਹੋ ਗਏ, ਕਿਸੇ ਨਾਲ ਵੀ ਕ੍ਰੋਧ ਕਰ ਲਿਆ, ਕਿਸੇ ਨਾਲ ਈਰਸ਼ਾ ਰੱਖ ਲਈ, ਵਿੱਚ ਕਦੇ ਅਹੰਕਾਰ ਆ ਗਿਆ, ਈਗੋ ਆ ਗਈ, ਜਦੋਂ ਇਸ ਤਰੀਕੇ ਦੇ ਜਾਂ ਈਰਸ਼ਾ, ਦਵੇਸ਼, ਭੇਦ ਭਾਵ, ਵੈਰ, ਵਿਰੋਧ, ਇਹ ਸਾਰੇ ਜਿੰਨੇ ਵੀ ਨੈਗੇਟਿਵ ਇਮੋਸ਼ਨਸ ਔਰ ਫੀਲਿੰਗਸ ਹੈ, ਇੱਦਾਂ ਦੇ ਵਿਚਾਰਾਂ ਦੇ ਨਾਲ ਨਾ ਕੇਵਲ ਮੇਰਾ ਸਰੀਰ ਲੇਕਿਨ ਇਹ ਪੂਰਾ ਵਾਤਾਵਰਣ ਵੀ ਦੂਸ਼ਿਤ ਹੁੰਦਾ ਹੈ। ਇਸ ਕਰਕੇ ਸਿਰਫ ਫਿਜ਼ੀਕਲੀ ਇਸ ਵਾਤਾਵਰਣ ਦਾ ਧਿਆਨ ਨਹੀਂ ਰੱਖਣਾ ਲੇਕਿਨ ਉਹਦੇ ਨਾਲ ਆਪਣੇ ਮਾਨਸਿਕ ਸਤਰ 'ਤੇ ਵੀ ਜਾ ਕੇ ਇੰਨੀ ਪੋਜ਼ਿਟਿਵ ਸੋਚ ਰੱਖੋ ਕਿ ਮੇਰੇ ਜਿਸ ਸ੍ਰਿਸ਼ਟੀ 'ਤੇ ਮੈਂ ਰਹਿਣਾ ਹੈ, ਜਿਸ ਸ੍ਰਿਸ਼ਟੀ 'ਤੇ ਅਸੀਂ ਰਹਿ ਕੇ ਆਪਣੀ ਜ਼ਿੰਦਗੀ ਨੂੰ ਜੀ ਰਹੇ ਹਾਂ, ਉਹ ਸਾਰਾ ਵਾਤਾਵਰਣ ਮੇਰੇ ਅਨੁਕੂਲ ਰਹੇ ਔਰ ਬਹੁਤ ਹੀ ਪ੍ਰੇਮ ਪੂਰਵਕ ਔਰ ਪਿਆਰ ਪੂਰਵਕ ਸਮਾਜ ਚੱਲੇ। ਤਦ ਹੀ ਅਸੀਂ ਇੱਕ ਸੋਹਣੇ ਸਮਾਜ ਦਾ ਨਿਰਮਾਣ ਕਰ ਸਕਦੇ ਹਾਂ। ਇਸੇ ਨਾਲ ਤੁਹਾਨੂੰ ਸਭ ਨੂੰ ਪਰਿਆਵਰਣ ਦਿਵਸ ਦੀਆਂ ਬਹੁਤ ਸ਼ੁਭਕਾਮਨਾਵਾਂ। ਧੰਨਵਾਦ। ਓਮ ਸ਼ਾਂਤੀ।